Hello students, beta in this video we are going to study our further next topic, dual nature of matter and radiations। ਇਸ 'ਚ ਆਪਾਂ ਡੀ ਬਰੋਗਲੀਜ਼ ਹਾਈਪੋਥੀਸਿਸ ਹੁੰਦਾ ਥਿਊਰੀ, ਡੀ ਬਰੋਗਲੀਜ਼ ਦੀ ਥਿਊਰੀ ਡਿਸਕਸ ਕਰਾਂਗੇ ਡਿਊਲ ਨੇਚਰ ਆਫ ਮੈਟਰ ਐਂਡ ਰੇਡੀਏਸ਼ਨਸ ਬਾਰੇ। ਠੀਕ ਹੈ, ਥੋੜ੍ਹਾ ਕੇਅਰਫੁਲੀ ਸਮਝਿਓ। ਵੈਸੇ ਕੋਈ ਜ਼ਿਆਦਾ ਡਿਫਿਕਲਟ ਟੌਪਿਕ ਤਾਂ ਹੈ ਨਹੀਂਗਾ, ਫਿਰ ਵੀ ਥੋੜ੍ਹਾ ਜਿਹਾ ਕੇਅਰਫੁਲੀ ਸਮਝਿਓ। ਕਹਿੰਦੇ ਜਿਹੜਾ ਆਪਣਾ ਇਹ ਪੂਰਾ ਯੂਨੀਵਰਸ ਹੈ, ਕੰਪਲੀਟ ਯੂਨੀਵਰਸ, ਇਹ ਸਿਰਫ ਦੋ ਚੀਜ਼ਾਂ ਤੋਂ ਬਣੇ, ਰੇਡੀਏਸ਼ਨਸ ਜਾਂ ਮੈਟਰ। ਆਪਣਾ ਪੂਰਾ ਯੂਨੀਵਰਸ ਸਿਰਫ ਇਹੀ ਦੋ ਚੀਜ਼ਾਂ ਤੋਂ ਬਣਿਆ, ਜਾਂ ਰੇਡੀਏਸ਼ਨਸ ਨੇ ਜਾਂ ਮਟੀਰੀਅਲ ਹੈ, ਮੈਟਰ, ਰੇਡੀਏਸ਼ਨਸ ਜਾਂ ਮੈਟਰ। ਐਂਡ ਕਹਿੰਦੇ ਦੋਨੇ ਹੀ ਸਿਮਿਟਰੀ ਨੂੰ ਲਵ ਕਰਦੇ ਨੇ, ਬੋਥ ਲਵਸ ਸਿਮਿਟਰੀ। ਮਤਲਬ ਜਿਵੇਂ ਰੇਡੀਏਸ਼ਨਸ ਬਿਹੇਵ ਕਰਨਗੀਆਂ ਉਵੇਂ ਹੀ ਮੈਟਰ ਵੀ ਬਿਹੇਵ ਕਰੇਗਾ। ਠੀਕ ਹੈ, ਬੋਥ ਲਵਸ ਸਿਮਿਟਰੀ, ਸਿਮਿਟਰੀ ਨੂੰ ਲਵ ਕਰਦੇ ਨੇ, ਇੱਕ ਦੂਜੇ ਦੀ ਤਰ੍ਹਾਂ ਬਿਹੇਵ ਕਰਦੇ ਨੇ। ਜਿਵੇਂ ਰੇਡੀਏਸ਼ਨਸ ਬਿਹੇਵ ਕਰਦੀਆਂ ਨੇ ਉਵੇਂ ਮੈਟਰ ਵੀ ਬਿਹੇਵ ਕਰਦਾ। ਠੀਕ ਹੈ, ਤਾਂ ਰੇਡੀਏਸ਼ਨਸ ਬਾਰੇ ਇਹ ਕਿਹਾ ਜਾਂਦਾ ਬੇਟਾ ਵੀ ਕੁਛ ਫਿਨੋਮੀਨਾਜ਼ ਇਹੋ ਜਿਹੇ ਨੇ, ਕੁਛ ਫਿਨੋਮੀਨਾਜ਼ ਇਹੋ ਜਿਹੇ ਨੇ, ਮੈਂ ਤੁਹਾਨੂੰ ਨਾਮ ਦੱਸਦਾ ਉਹਨਾਂ ਦੇ, ਲਾਈਕ ਰਿਫਲੈਕਸ਼ਨ, ਰੀਫਰੈਕਸ਼ਨ, ਇੰਟਰਫੇਰੈਂਸ, ਪੋਲਰਾਈਜੇਸ਼ਨ, ਡਾਈਫਰੈਕਸ਼ਨ। ਇਹ ਓਪਟਿਕਸ 'ਚ ਆਉਣਗੇ ਬੇਟਾ ਸਾਰੇ ਟੌਪਿਕਸ। ਓਪਟਿਕਸ ਯੂਨਿਟ 6 ਹੈ ਆਪਣਾ, ਆਪਾਂ ਸਾਰੇ ਪੜ੍ਹਾਂਗੇ। ਰਿਫਲੈਕਸ਼ਨ, ਰੀਫਰੈਕਸ਼ਨ, ਇੰਟਰਫੇਰੈਂਸ, ਪੋਲਰਾਈਜੇਸ਼ਨ, ਡਾਈਫਰੈਕਸ਼ਨ। ਕਹਿੰਦੇ ਜਿਹੜੇ ਆਹ ਫਿਨੋਮੀਨਾਜ਼ ਨੇ, ਆਹ ਵਾਲੇ, ਇਹ ਫਿਨੋਮੀਨਾ ਸ਼ੋ ਕਰਦੇ ਨੇ ਵੀ ਲਾਈਟ ਰੇਡੀਏਸ਼ਨਸ ਜਿਹੜੀਆਂ ਹੈਗੀਆਂ ਨੇ, ਲਾਈਟ ਰੇਡੀਏਸ਼ਨਸ ਹੈਵ ਵੇਵ ਨੇਚਰ। These phenomena shows that light radiations have wave nature। ਐਂਡ ਜਿਹੜੇ ਆਪਾਂ ਹੋਰ ਇਫੈਕਟਸ ਪੜ੍ਹੇ ਨੇ, ਲਾਈਕ ਆਪਾਂ ਹੁਣ ਪੜ੍ਹਿਆ ਇਸੇ ਚੈਪਟਰ 'ਚ ਯੂਨਿਟ 7 'ਚ ਪੜ੍ਹਿਆ ਫੋਟੋ ਇਲੈਕਟ੍ਰਿਕ ਇਫੈਕਟ, ਹੈ ਨਾ। ਇੱਕ BSc 'ਚ ਪੜ੍ਹਾਇਆ ਜਾਂਦਾ ਕੌਂਪਟਨ ਇਫੈਕਟ। ਇਹ ਸ਼ੋ ਕਰਦੇ ਨੇ ਵੀ ਲਾਈਟ ਹੈਵ ਪਾਰਟੀਕਲ ਨੇਚਰ, ਲਾਈਟ ਦੀ ਨੇਚਰ ਪਾਰਟੀਕਲ। ਹੁਣ ਕੌਂਪਟਨ ਇਫੈਕਟ ਤਾਂ ਤੁਸੀਂ ਪੜ੍ਹਿਆ ਨਹੀਂ, ਫੋਟੋ ਇਲੈਕਟ੍ਰਿਕ ਇਫੈਕਟ ਤਾਂ ਪੜ੍ਹਿਆ ਨਾ। ਫੋਟੋ ਇਲੈਕਟ੍ਰਿਕ ਇਫੈਕਟ 'ਚ ਕੀ ਹੁੰਦਾ ਵੀ ਕਿਸੇ ਸਰਫੇਸ 'ਤੇ ਫੋਟੋਨ ਸਟਰਾਈਕ ਕਰਦਾ, ਇਲੈਕਟ੍ਰੋਨ ਮਿਟ ਹੁੰਦਾ। ਇਲੈਕਟ੍ਰੋਨ ਇਜ਼ ਅ ਪਾਰਟੀਕਲ, ਹੈ ਨਾ। ਇੱਕ ਪਾਰਟੀਕਲ ਨੂੰ ਇੱਕ ਪਾਰਟੀਕਲ ਹੀ ਇਜੈਕਟ ਕਰ ਸਕਦਾ ਬੇਟਾ, ਕੋਈ ਵੇਵ ਨਹੀਂ ਇਜੈਕਟ ਕਰ ਸਕਦੇ, ਹੈ ਨਾ। ਇੱਕ ਪਾਰਟੀਕਲ ਇਜੈਕਟ ਕਰ ਸਕਦਾ ਹੈ। ਹੁਣ ਬਿਕੋਜ਼ ਇਲੈਕਟ੍ਰੋਨ ਪਾਰਟੀਕਲ ਹੈ, ਇਹਦਾ ਮਤਲਬ ਫੋਟੋਨ ਵੀ ਪਾਰਟੀਕਲ ਹੈ ਨਾ। ਤਾਂ ਮਤਲਬ ਇਹ ਫਿਨੋਮੀਨਾ ਜਿਹੜੇ ਆਹ ਵਾਲੇ ਨੇ, ਰਿਫਲੈਕਸ਼ਨ ਹੋ ਗਿਆ, ਰੀਫਰੈਕਸ਼ਨ ਹੋ ਗਿਆ, ਇੰਟਰਫੇਰੈਂਸ ਹੋ ਗਿਆ, ਪੋਲਰਾਈਜੇਸ਼ਨ ਹੋ ਗਿਆ, ਡਾਈਫਰੈਕਸ਼ਨ ਹੋ ਗਿਆ, ਇਹ ਫਿਨੋਮੀਨਾਜ਼ ਇਹ ਕਹਿੰਦੇ ਨੇ ਵੀ ਜਿਹੜੀ ਲਾਈਟ ਰੇਡੀਏਸ਼ਨਸ ਹੈ ਉਹਨਾਂ ਦੀ ਵੇਵ ਨੇਚਰ ਹੈ, ਲਾਈਟ ਹੈਵ ਵੇਵ ਨੇਚਰ। ਬਟ ਜਿਹੜੇ ਆਹ ਫਿਨੋਮੀਨਾਜ਼ ਨੇ ਇਹ ਕਹਿੰਦੇ ਨੇ ਵੀ ਜਿਹੜੀ ਲਾਈਟ ਹੈ ਉਹ ਪਾਰਟੀਕਲ ਨੇਚਰ ਦੀ ਬਣੀ ਹੋਈ ਹੈ, ਵੀ ਲਾਈਟ ਇਜ਼ ਮੇਡ ਅਪ ਫਰੋਮ ਪਾਰਟੀਕਲਸ, ਵੀ ਫੋਟੋਨਸ, ਲਾਈਟ ਇਜ਼ ਮੇਡ ਅਪ ਆਫ ਫੋਟੋਨਸ। ਫੋਟੋਨਸ ਨੂੰ ਕੀ ਬੋਲਿਆ ਜਾਂਦਾ? ਪਾਰਟੀਕਲ। ਫੋਟੋਨਸ ਨੂੰ ਕੀ ਬੋਲਿਆ ਜਾਂਦਾ? ਪਾਰਟੀਕਲ। ਵੀ ਲਾਈਟ ਪਾਰਟੀਕਲਸ ਦੀ, ਇਹ ਫਿਨੋਮੀਨਾਜ਼ ਕਹਿੰਦੇ ਨੇ ਵੀ ਲਾਈਟ ਵੇਵ ਦੀ ਬਣੀ ਹੋਈ ਹੈ, ਇਹ ਫਿਨੋਮੀਨਾਜ਼ ਕਹਿੰਦੇ ਨੇ ਵੀ ਲਾਈਟ ਪਾਰਟੀਕਲਸ ਦੀ ਬਣੀ ਹੋਈ ਹੈ। ਠੀਕ ਹੈ, ਤਾਂ ਉੱਥੋਂ ਡੀ ਬਰੋਗਲੀਜ਼ ਨੇ ਕਿਹਾ ਸੀਗਾ ਵੀ ਲਾਈਟ ਹੈਵ ਡਿਊਲ ਨੇਚਰ, ਲਾਈਟ ਹੈਵ ਡਿਊਲ ਨੇਚਰ। ਡਿਊਲ ਨੇਚਰ ਮਤਲਬ ਇਟ ਸਮਟਾਈਮ ਬਿਹੇਵਸ ਲਾਈਕ ਵੇਵ ਐਂਡ ਸਮਟਾਈਮ ਬਿਹੇਵਸ ਲਾਈਕ ਪਾਰਟੀਕਲ।
but in one phenomena it shows only its one nature. ਇੱਕ ਫਿਨੋਮੀਨਾ 'ਚੋਂ ਆਪਣੀ ਦੋਨੇ ਨੇਚਰ ਸ਼ੋ ਨਹੀਂ ਕਰਦੀ, ਇੱਕ ਫਿਨੋਮੀਨਾ 'ਚੋਂ ਸਿਰਫ ਆਪਣੀ ਇੱਕ ਨੇਚਰ ਸ਼ੋ ਕਰ ਰਹੀ ਹੈ। ਜਿਵੇਂ ਇਹਨਾਂ ਫਿਨੋਮੀਨਾਸ 'ਚੋਂ ਆਪਣੀ ਵੇਵ ਨੇਚਰ ਸ਼ੋ ਕਰਦੀ ਹੈ ਅਤੇ ਇਹਨਾਂ ਫਿਨੋਮੀਨਾਸ 'ਚੋਂ ਲਾਈਟ ਆਪਣੀ ਪਾਰਟੀਕਲ ਨੇਚਰ ਸ਼ੋ ਕਰਦੀ ਹੈ। ਇੱਕ ਫਿਨੋਮੀਨਾ 'ਚ ਇੱਕ ਨੇਚਰ ਹੀ ਸ਼ੋ ਕਰੇਗੀ, ਬਟ ਉਹਦੀ ਨੇਚਰ ਡਿਊਲ ਹੈ। ਲਾਈਟ ਹੈਵ ਡਿਊਲ ਨੇਚਰ। ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਦਾ, ਤੁਹਾਨੂੰ ਸਮਝ ਆਇਆ ਮੈਂ ਕੀ ਬੋਲਿਆ? ਵੀ ਜਿਹੜਾ ਆਪਣਾ ਯੂਨੀਵਰਸ ਹੈ, ਯੂਨੀਵਰਸ ਇਹ ਸਿਰਫ ਦੋ ਚੀਜ਼ਾਂ ਦਾ ਬਣਿਆ ਹੋਇਆ, ਇੱਕ ਇਸ 'ਚ ਲਾਈਟ ਰੇਡੀਏਸ਼ਨਸ ਨੇ, ਇੱਕ ਇਸ 'ਚ ਮੈਟਰ ਨੇ। ਜੇ ਆਪਾਂ ਲਾਈਟ ਰੇਡੀਏਸ਼ਨਸ ਦੀ ਗੱਲ ਕਰੀਏ ਤਾਂ ਲਾਈਟ ਰੇਡੀਏਸ਼ਨਸ ਦੇ ਕੁਛ ਫਿਨੋਮੀਨਾਜ਼ ਇਹੋ ਜਿਹੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਲਾਈਟ ਦੀ ਵੇਵ ਨੇਚਰ ਹੈ, ਲਾਈਟ ਵੇਵਸ ਦੀ ਫਾਰਮ 'ਚ ਬਣੀ ਹੋਈ ਹੈ। ਐਵੇਂ ਲਾਈਟ ਇਜ਼ ਇਨ ਦ ਫਾਰਮ ਆਫ ਵੇਵ, ਸਮਝ ਗਏ? ਬਟ ਕੁਛ ਫਿਨੋਮੀਨਾਜ਼ ਆਹ ਵਾਲੇ ਫੋਟੋ ਇਲੈਕਟ੍ਰਿਕ ਇਫੈਕਟ, ਕੌਂਪਟਨ ਇਫੈਕਟ, ਇਹ ਕਹਿੰਦੇ ਨੇ ਵੀ ਜਿਹੜੀ ਲਾਈਟ ਆ ਉਹ ਪਾਰਟੀਕਲਸ ਦੀ ਬਣੀ ਹੋਈ ਹੈ। ਲਾਈਟ ਇਜ਼ ਮੇਡ ਅਪ ਫਰੋਮ ਫੋਟੋਨਸ। ਲਾਈਟ ਕਿਸ ਦੀ ਬਣੀ ਹੋਈ ਹੈ ਬੇਟਾ? ਫੋਟੋਨਸ। ਫੋਟੋਨਸ ਕਿਸ ਦੇ ਕੀ ਹੁੰਦੇ ਨੇ? ਪਾਰਟੀਕਲਸ ਹੁੰਦੇ ਨੇ। ਤਾਂ ਕਨਫਿਊਜ਼ਨ ਕ੍ਰੀਏਟ ਹੋ ਗਈ ਸੀ ਸਾਇੰਟਿਸਟ ਨੂੰ ਵੀ ਜਿਹੜੀ ਲਾਈਟ ਹੈ ਉਹ ਵੇਵ ਹੈ ਜਾਂ ਪਾਰਟੀਕਲ ਹੈ। ਲਾਈਟ ਇਜ਼ ਅ ਵੇਵ ਔਰ ਲਾਈਟ ਇਜ਼ ਅ ਪਾਰਟੀਕਲ। ਫਿਰ ਡੀ ਬਰੋਗਲੀਜ਼ ਨੇ ਕੰਸੈਪਟ ਦਿੱਤਾ ਸੀ ਵੀ ਲਾਈਟ ਹੈਵ ਡਿਊਲ ਨੇਚਰ, ਲਾਈਟ ਹੈਵ ਡਬਲ ਨੇਚਰ। ਲਾਈਟ ਦੀ ਨੇਚਰ ਡਿਊਲ ਹੈ, ਡਬਲ ਹੈ। ਲਾਈਟ ਵੇਵ ਵੀ ਹੈ, ਲਾਈਟ ਪਾਰਟੀਕਲ ਵੀ ਹੈ। ਸਮਟਾਈਮ ਇਟ ਬਿਹੇਵਸ ਲਾਈਕ ਵੇਵ ਐਂਡ ਸਮਟਾਈਮ ਇਟ ਬਿਹੇਵਸ ਲਾਈਕ ਪਾਰਟੀਕਲ। ਇਟ ਹੈਵ ਡਬਲ ਨੇਚਰ, ਬਟ ਇਨ ਵਨ ਫਿਨੋਮੀਨਾ ਇਟ ਸ਼ੋਜ਼ ਓਨਲੀ ਇਟਸ ਵਨ ਨੇਚਰ। ਇੱਕ ਫਿਨੋਮੀਨਾ 'ਚੋਂ ਸਿਰਫ ਆਪਣੀ ਇੱਕ ਨੇਚਰ ਹੀ ਸ਼ੋਅ ਕਰਦੀ ਹੈ। ਜਿਸ ਫਿਨੋਮੀਨਾ 'ਚੋਂ ਵੇਵ ਨੇਚਰ ਸ਼ੋਅ ਕਰੇਗੀ ਉਸ 'ਚੋਂ ਪਾਰਟੀਕਲ ਨੇਚਰ ਸ਼ੋਅ ਨਹੀਂ ਕਰੇਗੀ। ਐਂਡ ਇਹਨਾਂ ਫਿਨੋਮੀਨਾ 'ਚ ਲਾਈਟ ਨੇ ਆਪਣੀ ਪਾਰਟੀਕਲ ਨੇਚਰ ਸ਼ੋਅ ਕੀਤੀ ਹੈ, ਵੇਵ ਨੇਚਰ ਸ਼ੋਅ ਨਹੀਂ ਕੀਤੀ, ਬਟ ਉਸ ਦੀ ਨੇਚਰ ਡਿਊਲ ਹੈ, ਡਬਲ ਨੇਚਰ ਹੁੰਦੀ ਹੈ। ਤਾਂ ਕਿਉਂਕਿ ਮੈਟਰ ਐਂਡ ਰੇਡੀਏਸ਼ਨਸ ਦੋਨੇ ਸਿਮੈਟਰੀ ਪਸੰਦ ਕਰਦੇ ਨੇ, ਤਾਂ ਜਿਵੇਂ ਰੇਡੀਏਸ਼ਨਸ ਬਿਹੇਵ ਕਰਦੀਆਂ ਨੇ ਉਵੇਂ ਮੈਟਰ ਬਿਹੇਵ ਕਰਦਾ ਹੈ। ਤਾਂ ਜੇ ਲਾਈਟ ਰੇਡੀਏਸ਼ਨਸ ਦੀ ਡਿਊਲ ਨੇਚਰ ਹੈ ਤਾਂ ਮੈਟਰ ਆਲਸੋ ਹੈਵ ਡਿਊਲ ਨੇਚਰ। ਡੀ ਬਰੋਗਲੀਜ਼ ਨੇ ਇਹ ਕਿਹਾ ਸੀ ਬੇਟਾ, ਡਿਊਲ ਨੇਚਰ। ਸਮਝ ਗਏ ਵੀ ਜਿਹੜਾ ਆਪਣਾ ਯੂਨੀਵਰਸ ਹੈ ਇਹ ਆਹੀ ਦੋ ਚੀਜ਼ਾਂ ਦਾ ਬਣਿਆ ਹੋਇਆ ਹੈ ਐਂਡ ਦੋਨੇ ਇੱਕ ਦੂਜੇ ਨੂੰ ਸਿਮੈਟਰੀਕਲੀ ਪਸੰਦ ਕਰਦੇ ਨੇ। ਜਿਸ ਤਰੀਕੇ ਨਾਲ ਰੇਡੀਏਸ਼ਨਸ ਬਿਹੇਵ ਕਰਨਗੀਆਂ ਉਸੇ ਤਰੀਕੇ ਨਾਲ ਮਟੀਰੀਅਲ ਪਾਰਟੀਕਲਸ ਬਿਹੇਵ ਕਰਦੇ ਨੇ। ਜਿਵੇਂ ਲਾਈਟ ਰੇਡੀਏਸ਼ਨਸ ਦੀ ਡਿਊਲ ਨੇਚਰ ਹੈ, ਸਮ ਟਾਈਮ ਇਟ ਬਿਹੇਵਸ ਲਾਈਕ ਵੇਵ, ਸਮ ਟਾਈਮ ਇਟ ਬਿਹੇਵਸ ਲਾਈਕ ਪਾਰਟੀਕਲ। ਉਵੇਂ ਕਹਿੰਦੇ ਮੈਟਰ ਦੀ ਵੀ ਡਿਊਲ ਨੇਚਰ ਹੈ। ਮੈਟਰ ਦੀ ਡਿਊਲ ਨੇਚਰ ਕਿਵੇਂ ਹੈ? ਡੀ ਬਰੋਗਲੀਜ਼ ਨੇ ਕਿਹਾ ਸੀ ਕੋਈ ਵੀ ਮਟੀਰੀਅਲ ਪਾਰਟੀਕਲ ਜਦੋਂ ਮੂਵ ਕਰੇਗਾ, ਕੋਈ ਵੀ ਮਟੀਰੀਅਲ ਪਾਰਟੀਕਲ, ਐਨੀ ਮਟੀਰੀਅਲ ਪਾਰਟੀਕਲ ਜਿਸ ਦਾ ਮਾਸ ਹੈ, ਜਦੋਂ ਮੂਵ ਕਰੇਗਾ ਤਾਂ ਉਸ ਦੇ ਨਾਲ ਨਾਲ ਇੱਕ ਵੇਵ ਐਸੋਸ਼ੀਏਟ ਕਰੇਗੀ, ਉਸ ਦੇ ਨਾਲ ਨਾਲ ਇੱਕ ਵੇਵ ਐਸੋਸ਼ੀਏਟ ਕਰੇਗੀ। ਉਸ ਵੇਵ ਦੀ ਵੇਵਲੈਂਥ ਡੀ ਬਰੋਗਲੀਜ਼ ਨੇ ਕਿਹਾ ਸੀ ਤੁਸੀਂ ਇਹ ਵਾਲੇ ਫਾਰਮੂਲੇ ਨਾਲ ਫਾਈਂਡ ਕਰ ਸਕਦੇ ਹੋ। ਲੈਮਡਾ ਇਜ਼ ਇਕੁਅਲ ਟੂ ਐਚ ਅਪੋਨ ਐਮ ਵੀ। ਐਚ ਇਜ਼ ਪਲੈਂਕਸ ਕੌਂਸਟੈਂਟ, ਐਮ ਇਜ਼ ਪਾਰਟੀਕਲ ਦਾ ਮਾਸ, ਵੀ ਇਜ਼ ਇਟਸ ਵੈਲੋਸਿਟੀ। ਮਾਸ ਐਂਡ ਵੈਲੋਸਿਟੀ ਦੀ ਵੈਲਿਊ ਪੁੱਟ ਕਰਕੇ ਤੁਸੀਂ ਵੇਵ ਦੀ ਵੇਵਲੈਂਥ ਫਾਈਂਡ ਆਊਟ ਕਰ ਸਕਦੇ ਹੋ। ਠੀਕ ਹੈ? ਡੀ ਬਰੋਗਲੀਜ਼ ਨੇ ਕੀ ਕਿਹਾ ਸੀ ਬੇਟਾ ਵੀ ਮੈਟਰ, ਬੋਲੋ ਬੋਲੋ ਸੋਚੋ, ਡੀ ਬਰੋਗਲੀਜ਼ ਨੇ ਕੀ ਕਿਹਾ ਸੀਗਾ ਵੀ ਮੈਟਰ ਰੇਡੀਏਸ਼ਨਸ ਦੀ ਤਰ੍ਹਾਂ ਹੀ ਬਿਹੇਵ ਕਰੇਗਾ ਕਿਉਂਕਿ ਰੇਡੀਏਸ਼ਨਸ ਦੀ ਡਿਊਲ ਨੇਚਰ ਹੁੰਦੀ ਹੈ। ਸਮ ਟਾਈਮ ਰੇਡੀਏਸ਼ਨਸ ਬਿਹੇਵਸ ਲਾਈਕ ਵੇਵ, ਸਮ ਟਾਈਮ ਰੇਡੀਏਸ਼ਨਸ ਬਿਹੇਵਸ ਲਾਈਕ ਪਾਰਟੀਕਲ। ਸੋ ਰੇਡੀਏਸ਼ਨਸ ਹੈਵ ਡਿਊਲ ਨੇਚਰ, ਹੈ ਨਾ? ਵੇਵ ਨੇਚਰ ਵੀ ਹੁੰਦੀ ਹੈ, ਪਾਰਟੀਕਲ ਨੇਚਰ ਵੀ ਹੁੰਦੀ ਹੈ, ਬਟ ਇੱਕ ਫਿਨੋਮੀਨਾ 'ਚੋਂ ਆਪਣੀ ਸਿਰਫ ਇੱਕ ਨੇਚਰ ਸ਼ੋਅ ਕਰਦੇ ਨੇ। ਤਾਂ ਜਿਵੇਂ ਰੇਡੀਏਸ਼ਨਸ ਦੀ ਡਿਊਲ ਨੇਚਰ ਹੈ ਉਵੇਂ ਮੈਟਰ ਦੀ ਵੀ ਡਿਊਲ ਨੇਚਰ ਹੋਏਗੀ। ਮੈਟਰ ਦੀ ਡਿਊਲ ਨੇਚਰ ਕਿਵੇਂ ਹੋਏਗੀ? ਜਿਹੜਾ ਵੀ ਮਟੀਰੀਅਲ ਪਾਰਟੀਕਲ ਮੂਵ ਕਰੇਗਾ ਉਹਦੇ ਨਾਲ ਇੱਕ ਵੇਵ ਐਸੋਸ਼ੀਏਟ ਕਰੇਗੀ, ਹੈ ਨਾ? ਡੀ ਬਰੋਗਲੀਜ਼ ਨੇ ਕਿਹਾ ਸੀਗਾ ਵੀ ਅਗਰ ਉਹ ਜਿਹੜਾ ਪਾਰਟੀਕਲ ਮੂਵ ਕਰ ਰਿਹਾ ਹੈ, ਅਗਰ ਉਹ ਚਾਰਜ ਪਾਰਟੀਕਲ ਹੈ, ਆਈਦਰ ਪੋਜ਼ਿਟਿਵ ਔਰ ਨੈਗੇਟਿਵ, ਇਫ ਇਟ ਇਜ਼ ਅ ਚਾਰਜ ਪਾਰਟੀਕਲ, ਫਿਰ ਉਸ ਦੇ ਨਾਲ ਜਿਹੜੀ ਵੇਵ ਐਸੋਸ਼ੀਏਟ ਕਰੇਗੀ, ਉਸ ਪਾਰਟੀਕਲ ਦੇ ਨਾਲ ਜਿਹੜੀ ਵੇਵ ਐਸੋਸ਼ੀਏਟ ਕਰੇਗੀ ਦੈਟ ਇਜ਼ ਈ ਐਮ ਵੇਵ, ਇਲੈਕਟ੍ਰੋਮੈਗਨੈਟਿਕ ਵੇਵ। ਬਟ ਅਗਰ ਪਾਰਟੀਕਲ ਨਿਊਟਰਲ ਹੈ, ਨਿਊਟਰਲ ਪਾਰਟੀਕਲ ਹੈ, ਉਸ ਪਾਰਟੀਕਲ ਦੇ ਨਾਲ ਜਿਹੜੀ ਵੇਵ ਐਸੋਸ਼ੀਏਟ ਕਰੇਗੀ ਦੈਟ ਇਜ਼ ਨੋਨ ਐਜ਼ ਮੈਟਰ ਵੇਵ, ਮੈਟਰ ਵੇਵ ਜਾਂ ਡੀ ਬਰੋਗਲੀਜ਼ ਵੇਵ, ਜਿਸ ਦੀ ਵੇਵਲੈਂਥ ਤੁਸੀਂ ਫਾਈਂਡ ਕਰ ਸਕਦੇ ਹੋ ਬਾਈ ਯੂਜ਼ਿੰਗ ਲੈਮਡਾ ਇਜ਼ ਇਕੁਅਲ ਟੂ ਐਚ ਬਾਈ ਐਮ ਵੀ।
ਇਹ ਕਿਹਾ ਸੀਗਾ ਡੀ ਬਰੋਗਲੀਜ਼ ਨੇ ਆਪਣੇ ਡੂਲਿਸਟਿਕ ਹਾਈਪੋਥੇਸਿਸ 'ਚ ਵੀ ਕੋਈ ਵੀ ਪਾਰਟੀਕਲ ਅਗਰ ਮੂਵ ਕਰੇਗਾ ਤਾਂ ਉਹਦੇ ਨਾਲ ਵੇਵ ਜ਼ਰੂਰ ਹੋਏਗੀ। ਕੋਈ ਵੀ ਪਾਰਟੀਕਲ ਅਗਰ ਮੂਵ ਕਰੇਗਾ ਉਹਦੇ ਨਾਲ ਵੇਵ ਜ਼ਰੂਰ ਹੋਏਗੀ। ਫਿਰ ਕਈ ਸਟੂਡੈਂਟਸ ਦੇ ਮਾਈਂਡ 'ਚ ਕੁਐਸਚਨ ਆਉਂਦਾ ਹੁੰਦਾ ਵੀ ਸਰ ਫਿਰ ਜਿਹੜੇ ਡੇਲੀ ਲਾਈਫ 'ਚ ਪਾਰਟੀਕਲਸ ਮੂਵ ਕਰਦੇ ਨੇ ਲਾਈਕ ਬੱਸ, ਫੁੱਟਬਾਲ, ਕਾਰ, ਟਰੱਕ, ਬਾਈਕ, ਹੈ ਨਾ, ਮੈਨ ਜਾਂ ਪਰਸਨਸ ਵੀ ਜਦੋਂ ਇਹ ਮੂਵ ਕਰਦੇ ਨੇ ਇਹਨਾਂ ਦੇ ਨਾਲ ਵੀ ਵੇਵਸ ਹੁੰਦੀਆਂ ਨੇ। ਯੈਸ, ਇਹਨਾਂ ਦੇ ਨਾਲ ਵੀ ਵੇਵਸ ਹੁੰਦੀਆਂ ਨੇ। ਫਿਰ ਇਹ ਦਿਖਾਈ ਕਿਉਂ ਨਹੀਂ ਦਿੰਦੀਆਂ? ਇਹ ਦਿਖਾਈ ਕਿਉਂ ਨਹੀਂ ਦਿੰਦੀਆਂ? ਕਿਉਂਕਿ ਇਹਨਾਂ ਦਾ ਮਾਸ ਲਾਰਜ ਹੈ। ਮਾਸ ਲਾਰਜ ਹੋਣ ਕਰਕੇ ਇਹਨਾਂ ਦੀ ਜਿਹੜੀ ਵੇਵ ਲੈਂਥ ਹੈ ਉਹ ਸਮੋਲ ਬਣਦੀ ਹੈ ਐਂਡ ਡਜ਼ ਨੋਟ ਲਾਈ ਇਨ ਵਿਜ਼ੀਬਲ ਰੀਜਨ। ਡਜ਼ ਨੋਟ ਲਾਈ ਇਨ ਵਿਜ਼ੀਬਲ ਰੀਜਨ 'ਚ ਲਾਈ ਨਹੀਂ ਕਰਦੀ ਵੇਵ ਲੈਂਥ, ਹੈ ਨਾ। ਇਸ ਕਰਕੇ ਆਪਾਂ ਨੂੰ ਦਿਖਾਈ ਨਹੀਂ ਦਿੰਦੀ। ਆਪਣੀ ਜਿਹੜੀ ਆਈ ਹੈ ਇਹ ਸਿਰਫ ਉਹ ਵੇਵ ਲੈਂਥ ਦੇਖ ਸਕਦੀ ਹੈ। ਆਪਣੀ ਆਈ ਸਿਰਫ ਉਹ ਵੇਵ ਲੈਂਥ ਦੇਖ ਸਕਦੀ ਹੈ ਵਿਚ ਲਾਈਜ਼ ਇਨ ਵਿਜ਼ੀਬਲ ਰੀਜਨ ਜਿਨ੍ਹਾਂ ਦੀ ਫ੍ਰੀਕੁਐਂਸੀ 4 × 10⁻14 to 8 × 10⁻14 ਹਰਟਜ਼ ਦੇ ਵਿੱਚ ਲਾਈ ਕਰੇ। ਕਿਹੜੇ ਚੈਪਟਰ 'ਚ ਪੜ੍ਹਿਆ ਸੀਗਾ? EM ਵੇਵਸ ਵਾਲੇ ਚੈਪਟਰ 'ਚ ਪੜ੍ਹਿਆ ਸੀਗਾ। ਤਾਂ ਜਿਹੜੀ ਅੱਜ ਇਹ ਵਾਲੇ ਪਾਰਟੀਕਲਸ ਨਾਲ ਵੇਵਸ ਚੱਲਦੀਆਂ ਨੇ, ਬੱਸ ਨਾਲ, ਫੁੱਟਬਾਲ ਨਾਲ, ਕਾਰ ਨਾਲ, ਟਰੱਕ ਨਾਲ, ਬਾਈਕ ਨਾਲ, ਪਰਸਨਸ ਨਾਲ ਵੇਵਸ ਹੁੰਦੀਆਂ ਨੇ ਬਟ ਸਾਨੂੰ ਦਿਖਾਈ ਨਹੀਂ ਦਿੰਦੀਆਂ। ਵੇਵਸ ਹੁੰਦੀਆਂ ਜ਼ਰੂਰ ਨੇ ਬਟ ਸਾਨੂੰ ਦਿਖਾਈ ਨਹੀਂ ਦਿੰਦੀਆਂ। ਕਿਉਂ ਨਹੀਂ ਦਿਖਾਈ ਦਿੰਦੀਆਂ? ਕਿਉਂਕਿ ਇਹਨਾਂ ਪਾਰਟੀਕਲਸ ਦਾ ਮਾਸ ਲਾਰਜ ਹੈ, ਇਹਨਾਂ ਦੀ ਵੇਵ ਲੈਂਥ ਸਮੋਲ ਹੈ ਐਂਡ ਉਹ ਵੇਵ ਲੈਂਥ ਬੇਟਾ ਹੈ ਨਾ ਇਸ ਰੇਂਜ ਦੇ ਵਿੱਚ ਲਾਈ ਨਹੀਂ ਕਰਦੀ, ਵਿਜ਼ੀਬਲ ਰੀਜਨ ਦੇ ਵਿੱਚ ਲਾਈ ਨਹੀਂ ਕਰਦੀ। ਦੈਟਸ ਵਾਈ ਆਪਣੀ ਆਈ ਉਹਨਾਂ ਵੇਵਸ ਨੂੰ ਦੇਖ ਨਹੀਂ ਸਕਦੀ। ਹੁਣ ਅਗਰ ਆਪਣੀ ਆਈ ਉਹਨਾਂ ਵੇਵਸ ਨੂੰ ਦੇਖ ਨਹੀਂ ਸਕਦੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਨਾਲ ਵੇਵਸ ਨਹੀਂ ਹੁੰਦੀਆਂ, ਵੇਵਸ ਹੁੰਦੀਆਂ ਨੇ। ਡੀ ਬਰੋਗਲੀਜ਼ ਨੇ ਕਿਹਾ ਵੀ ਹਰ ਪਾਰਟੀਕਲ, ਚਾਹੇ ਪਾਰਟੀਕਲ ਚਾਰਜ ਹੈ ਚਾਹੇ ਪਾਰਟੀਕਲ ਨਿਊਟਰਲ ਹੈ, ਹਰ ਪਾਰਟੀਕਲ ਜਦੋਂ ਮੂਵ ਕਰੇਗਾ ਉਹਦੇ ਨਾਲ ਨਾਲ ਇੱਕ ਵੇਵ ਜ਼ਰੂਰ ਚੱਲੇਗੀ, ਉਹਦੇ ਨਾਲ ਨਾਲ ਇੱਕ ਵੇਵ ਜ਼ਰੂਰ ਹੋਏਗੀ। ਅਗਰ ਉਹ ਪਾਰਟੀਕਲ ਚਾਰਜਡ ਹੈ ਫਿਰ ਉਹ ਵੇਵ EM ਵੇਵ ਹੋਏਗੀ। ਅਗਰ ਉਹ ਪਾਰਟੀਕਲ ਨਿਊਟਰਲ ਹੈ ਫਿਰ ਉਹ ਵੇਵ ਮੈਟਰ ਵੇਵ ਹੋਏਗੀ। ਤੁਸੀਂ ਉਸ ਵੇਵ ਦੀ ਵੇਵ ਲੈਂਥ ਫਾਈਂਡ ਕਰ ਸਕਦੇ ਹੋ। ਇਹ ਫਾਰਮੂਲਾ ਕਿਵੇਂ ਡਰਾਈਵ ਕੀਤਾ? ਸੁਣੋ, ਇਹ ਫਾਰਮੂਲਾ ਵੀ ਪਹਿਲਾਂ ਹੈ ਨਾ ਡੀ ਬਰੋਗਲੀਜ਼ ਨੇ ਫੋਟੋਨਸ, ਲਾਈਟ ਵਾਸਤੇ ਡਰਾਈਵ ਕੀਤਾ, ਫਿਰ ਉਸ ਨੂੰ ਮਟੀਰੀਅਲ ਪਾਰਟੀਕਲ 'ਤੇ ਅਪਲਾਈ ਕੀਤਾ। ਮਟੀਰੀਅਲ ਪਾਰਟੀਕਲ 'ਤੇ ਪਹਿਲਾਂ ਕਿਸ ਵਾਸਤੇ ਡਰਾਈਵ ਕੀਤਾ? ਲਾਈਟ ਵਾਸਤੇ। ਫਿਰ ਉਸ ਨੂੰ ਕਿਸ 'ਤੇ ਅਪਲਾਈ ਕੀਤਾ? ਮੈਟਰ 'ਤੇ। ਇਹ ਫਾਰਮੂਲਾ ਜਿਹੜਾ ਹੈਗਾ ਨਾ ਲੈਮਡਾ ਇਜ਼ ਇਕੁਅਲ ਟੂ H/mv, ਇਹ ਫਾਰਮੂਲਾ ਡੀ ਬਰੋਗਲੀਜ਼ ਨੇ ਡਰਾਈਵ ਕੀਤਾ ਸੀ। ਇਹਨੂੰ ਡੀ ਬਰੋਗਲੀਜ਼ ਵੇਵਲੈਂਥ ਕਹਿੰਦੇ ਨੇ। ਇਹ ਫਾਰਮੂਲਾ ਉਹਨੇ ਕਿਸ ਵਾਸਤੇ ਡਰਾਈਵ ਕੀਤਾ ਸੀ? ਲਾਈਟ ਵਾਸਤੇ, ਫॉर ਲਾਈਟ ਰੇਡੀਏਸ਼ਨ। ਬਾਅਦ 'ਚੋਂ ਕਿਸ 'ਤੇ ਅਪਲਾਈ ਕੀਤਾ ਸੀ? ਮੈਟਰ 'ਤੇ। ਓਕੇ, ਤਾਂ ਆਪਾਂ ਪਹਿਲਾਂ ਲਾਈਟ ਵਾਸਤੇ ਡਰਾਈਵ ਕਰਦੇ ਹਾਂ ਫਾਰਮੂਲਾ। ਫॉर ਲਾਈਟ ਰੇਡੀਏਸ਼ਨਸ ਐਨਰਜੀ ਦਾ ਫਾਰਮੂਲਾ ਹੁੰਦਾ ਬੇਟਾ hc/λ ਐਂਡ ਆਈਨਸਟਾਈਨਸ ਮਾਸ ਐਨਰਜੀ ਰਿਲੇਸ਼ਨਸ ਦੇ ਅਕੋਰਡਿੰਗ ਇਹ ਫਾਰਮੂਲਾ E ਇਜ਼ ਇਕੁਅਲ ਟੂ mc² ਵੀ ਹੁੰਦਾ। ਐਨਰਜੀ ਦਾ ਫਾਰਮੂਲਾ ਲਾਈਟ ਰੇਡੀਏਸ਼ਨਸ ਦੇ ਵਿੱਚ ਬੇਟਾ ਫੋਟੋਨ ਦੀ ਐਨਰਜੀ ਦਾ ਫਾਰਮੂਲਾ ਹੁੰਦਾ ਨਾ E ਇਜ਼ ਇਕੁਅਲ ਟੂ hc/λ ਐਂਡ ਆਈਨਸਟਾਈਨਸ ਮਾਸ ਐਨਰਜੀ ਰਿਲੇਸ਼ਨਸ ਦੇ ਅਕੋਰਡਿੰਗ E ਇਜ਼ ਇਕੁਅਲ ਟੂ mc²। C ਨਾਲ C ਕੈਂਸਲ, h/λ ਇਜ਼ ਇਕੁਅਲ ਟੂ mc। ਤਾਂ ਇੱਥੋਂ ਲੈਮਡਾ ਦਾ ਫਾਰਮੂਲਾ ਕੀ ਬਣ ਗਿਆ? h/mc। ਇਹ ਫॉर ਲਾਈਟ ਰੇਡੀਏਸ਼ਨ ਹੈ। ਫॉर ਮਟੀਰੀਅਲ ਪਾਰਟੀਕਲ, ਫॉर ਮਟੀਰੀਅਲ ਪਾਰਟੀਕਲ, ਜਿਹੜੇ ਮਟੀਰੀਅਲ ਪਾਰਟੀਕਲਸ ਨੇ ਬੇਟਾ ਲੈਮਡਾ ਦਾ ਫਾਰਮੂਲਾ ਬਣ ਜਾਏਗਾ h, m ਹੋ ਜਾਏਗਾ ਪਾਰਟੀਕਲ ਦਾ ਮਾਸ ਐਂਡ v ਹੋ ਜਾਏਗੀ ਪਾਰਟੀਕਲ ਦੀ ਸਪੀਡ। ਫੋਟੋਨਸ, ਲਾਈਟ ਮਤਲਬ ਫੋਟੋਨਸ ਆਰ ਟਰੈਵਲਿੰਗ ਵਿਦ ਸਪੀਡ ਆਫ ਲਾਈਟ, ਦੈਟਸ ਵਾਈ ਇੱਥੇ c ਹੈ। ਮਟੀਰੀਅਲ ਪਾਰਟੀਕਲਸ ਦੀ ਜੋ ਸਪੀਡ ਹੋਏਗੀ ਉਹ ਉੱਥੇ ਪੁੱਟ ਕਰ ਦਾਂਗੇ। ਮਤਲਬ ਫਾਰਮੂਲਾ ਕਿਸ ਵਾਸਤੇ ਡਰਾਈਵ ਕੀਤਾ? ਲਾਈਟ ਰੇਡੀਏਸ਼ਨਸ ਵਾਸਤੇ। ਉਸ ਨੂੰ ਕਿਸ 'ਤੇ ਅਪਲਾਈ ਕਰਤਾ? ਮਟੀਰੀਅਲ ਪਾਰਟੀਕਲਸ 'ਤੇ। ਦਿਸ ਫਾਰਮੂਲਾ ਹੈ ਨਾ, ਦਿਸ ਵੇਵਲੈਂਥ ਇਜ਼ ਨੋਨ ਐਜ਼ ਡੀ ਬਰੋਗਲੀਜ਼ ਵੇਵਲੈਂਥ। ਡੀ ਬਰੋਗਲੀਜ਼ ਵੇਵਲੈਂਥ। ਇਹ ਫਾਰਮੂਲਾ ਲਗਾ ਕੇ ਅਸੀਂ ਡੀ ਬਰੋਗਲੀਜ਼ ਕਿਸੇ ਵੀ ਮਟੀਰੀਅਲ ਪਾਰਟੀਕਲ ਨਾਲ ਜਿਹੜੀ ਵੇਵ ਟਰੈਵਲ ਕਰੇਗੀ, ਕਿਸੇ ਵੀ ਮਟੀਰੀਅਲ ਪਾਰਟੀਕਲ ਨਾਲ ਜੋ ਵੇਵ ਟਰੈਵਲ ਕਰੇਗੀ ਉਸ ਦੀ ਵੇਵਲੈਂਥ ਫਾਈਂਡ ਆਊਟ ਕਰ ਸਕਦੇ ਹਾਂ। ਇਹ ਸੀਗਾ ਬੇਟਾ ਡੀ ਬਰੋਗਲੀਜ਼ ਦਾ ਡੂਲਿਸਟਿਕ ਹਾਈਪੋਥੇਸਿਸ। ਠੀਕ ਹੈ, ਮੈਂ ਥੋੜ੍ਹਾ ਜਿਹਾ ਰਿਪੀਟ ਕਰ ਦਿੰਦਾ ਵੀ ਪੂਰਾ ਯੂਨੀਵਰਸ ਦੋ ਚੀਜ਼ਾਂ ਦਾ ਬਣਿਆ, ਲਾਈਟ ਰੇਡੀਏਸ਼ਨਸ ਐਂਡ ਮੈਟਰ, ਐਂਡ ਦੋਨੇ ਸਿਮੈਟ੍ਰੀਕਲ ਨੇ।
ਜਿਵੇਂ ਲਾਈਟ ਰੇਡੀਏਸ਼ਨਸ ਬਿਹੇਵ ਕਰਨਗੀਆਂ ਉਵੇਂ ਮੈਟਰ ਬਿਹੇਵ ਕਰੇਗਾ। ਲਾਈਟ ਰੇਡੀਏਸ਼ਨਸ ਕਿਵੇਂ ਬਿਹੇਵ ਕਰਦੀਆਂ ਨੇ? ਦੇ ਹੈਵ ਡਿਊਲ ਨੇਚਰ। ਇਨ ਸਮ ਫਿਨੋਮੀਨਾਸ ਦੇ ਸ਼ੋਜ਼ ਵੇਵ ਨੇਚਰ and in some phenomena they shows particle nature. So light have dual nature, light have wave nature as well as particle nature, but in one phenomena it shows only its one nature, है ना। एक फिनोमिना सिर्फ एक नेचर ही शो करती है बट वो नेचर डबल होंगी है। तो कहते क्योंकि लाइट रेडिएशंस की नेचर डबल है, दैट मीनस मैटर की भी रेडिएशंस, मैटर की भी ड्यूल नेचर है। मैटर की ड्यूल नेचर उन्हें की कहा भी मैटल की ड्यूल नेचर वाले बोलिया भी कोई भी मटीरियल पार्टिकल जो मूव करेगा वो नाल एक वेव जरूर होएगी, ठीक है। अगर वो चार्ज पार्टिकल है फिर उस वेव को नाम दिता गया EM वेव होएगी। अगर वो न्यूट्रल पार्टिकल है फिर उसके नाल मटीरियल वेव होएगी, मैटर वेव या डी ब्रोगलीज वेव होएगी। तुसी उस वेव की वेवलेंथ भी फाइंड कर सकते हो बाई यूजिंग दिस फार्मूला। ये फार्मूला ड्राइव किस वास्ते किया गया? पहला बेटा लाइट रेडिएशंस वास्ते, लाइट रेडिएशंस तो बाद ये फार्मूला पार्टिकल्स वास्ते बना लिया गया। क्लीयर। सानू डेली लाइफ ਜਿਹੜੀਆਂ चीज़ां मूव करदियां ने उन्हां नाल वेव जरूर हुंदी है बट सानू दिखाई नहीं दिंदी। क्यों? क्योंकि उन्हां दा मास लार्ज हुंदा है, वेवलेंथ स्मॉल हुंदी है ते वो वेवलेंथ विजिबल रीजन च लाई नहीं करती। इस करके साडी आई विजिबल उस वेव नूं नहीं देख सकती। अपनी आई सिर्फ विजिबल रीजन च जो लाइट लाई करेगी ना उसनूं देख सकती है। अपनी आई किसी होर वेव नूं नहीं देख सकती। अपनी आई सिर्फ विजिबल लाइट नूं देख सकती है। अपनी आई रेडियो वेव्स, माइक्रोवेव्स, इंफ्रारेड रेज, UV रेज, एक्स रेज, गामा रेज किसी नूं नहीं देख सकती अपनी आई। अपनी आई सिर्फ किस नूं देख सकती है बेटा? विजिबल लाइट नूं। तो जिहड़ी लाइट विजिबल रीजन च लाई करगी वो तो सानूं दिखाई देगी, है ना। जिहड़ी लाइट विजिबल रीजन च लाई नहीं करती वो सानूं दिखाई नहीं दिंदी, है ना। ਜਿਹੜੀਆਂ ਇਹਨਾਂ ਨਾਲ ਵੇਵਸ ਹੁੰਦੀਆਂ ਨੇ ਬੱਸ ਨਾਲ, ਕਾਰ ਨਾਲ, ਟਰੱਕ ਨਾਲ ਜਾਂ ਫੁੱਟਬਾਲ ਨਾਲ, ਇਹਨਾਂ ਦੀ ਵੇਵਲੈਂਥ ਵਿਜ਼ੀਬਲ ਰੀਜਨ 'ਚ ਲਾਈ ਨਹੀਂ ਕਰਦੀ। ਇਸ ਕਰਕੇ ਇਹ ਵੇਵਸ ਸਾਨੂੰ ਦਿਖਾਈ ਨਹੀਂ ਦਿੰਦੀਆਂ ਬਟ ਐਕਚੁਅਲ 'ਚ ਹੁੰਦੀਆਂ ਨੇ। ਕੋਈ ਵੀ ਪਾਰਟੀਕਲ ਜਦੋਂ ਮੂਵ ਕਰਦਾ ਉਹਦੇ ਨਾਲ ਵੇਵ ਜ਼ਰੂਰ ਹੁੰਦੀ ਹੈ ਨਾ, ਕਿਉਂਕਿ ਉਹਦੀ ਵੇਵਲੈਂਥ ਵਿਜ਼ੀਬਲ ਰੀਜਨ 'ਚ ਲਾਈ ਨਹੀਂ ਕਰਦੀ, ਇਸ ਕਰਕੇ ਉਹ ਸਾਨੂੰ ਦਿਖਾਈ ਨਹੀਂ ਦਿੰਦੀਆਂ ਬਟ ਹੁੰਦੀਆਂ ਨੇ। ठीक है। हुण आपां की करना है? आपां ने वेवलेंथ का फार्मूला ड्राइव करना है। एक इलैक्ट्रॉन विद द हैल्प ऑफ सम पोटेंशियल डिफरेंस असीं एक्सेलरेट करवावांगे, उस दे नाल जो वेव ट्रैवल करेगी उसकी वेवलेंथ फाइंड आउट करांगे। ठीक है, समझ गए? कोई कन्फ्यूजन बेटा? समझ आ रही है ना? सो आपां हुण डिस्कस कर रहे हैं बेटा कैलकुलेशन of wavelength of wave associated with moving electron with the help of potential difference। अपने को एक इलेक्ट्रॉन है, मास m, चार्ज E, स्टेशनरी है, ठीक है। विद द हेल्प ऑफ पोटेंशियल डिफरेंस, सपोज करो असी V पोटेंशियल डिफरेंस अप्लाई करता, ठीक है। V पोटेंशियल डिफरेंस कारण, है ना, इस इलैक्ट्रॉन ते फोर्स लगी एंड इलैक्ट्रॉन मूव करन लग गया। पहला इलैक्ट्रॉन स्टेशनरी सी, इस पोटेंशियल डिफरेंस ने इस इलैक्ट्रॉन ते वर्क किया, उस वर्क कारण इस इलैक्ट्रॉन च की आ गई बेटा? काइनेटिक एनर्जी। पोटेंशियल डिफरेंस ने कितना वर्क किया असीं फाइंड कर सकते हैं। यूनिट फर्स्ट किया सी, वर्क डन इज इक्वल टू चार्ज इंटू पोटेंशियल डिफरेंस। चार्ज है इलैक्ट्रॉन, पोटेंशियल डिफरेंस है V, तो कितना वर्क किया बेटा? EV। तो इस वर्क के कारण इस इलैक्ट्रॉन च मोशन आ गया, मोशन करके आ गई काइनेटिक एनर्जी। सो दिस वर्क डन इज इक्वल टू काइनेटिक एनर्जी। काइनेटिक एनर्जी का फार्मूला हाफ m V² होंगे, वेलोसिटी U है, असी U ले लें, इन्ना आ गया। इनू थोड़ा सॉल्व कर लो। mu² इज इक्वल टू 2EV, दोनों पासे m नाल मल्टीप्लाई करता, इधर भी m नाल मल्टीप्लाई करता, इधर भी m नाल मल्टीप्लाई करता, ठीक है। इधर भी m लग गया, इधर m इंटू m m² है ना। इतों m इंटू U इज इक्वल टू 2 MEV द रूट
V कैपिटल पाओ थोड़ा जिहा, V इज़ पोटेंशियल डिफरेंस, V इज़ पोटेंशियल डिफरेंस। ठीक है, हुण डी ब्रोगलीज वेवलेंथ के अकॉर्डिंग टू डी ब्रोगलीज हाइपोथेसिस जिहड़ी वेवलेंथ हुंदी है दैट इज़ इक्वल टू एच अपॉन मोमेंटम। मोमेंटम का फार्मूला मास इनटू वेलोसिटी है ना, तो एच अपॉन मास इनटू वेलोसिटी, मोमेंटम कितना है बेटा रूट 2m कैपिटल V। तो जिहड़ा फार्मूला बन गया बेटा है ना आ वाला, लैम्डा इज इक्वल टू एच अपॉन रूट ऑफ 2m कैपिटल V। ये फार्मूले नाल असी इलैक्ट्रॉन दे नाल जो वेव एसोशीएट होएगी, इस इलैक्ट्रॉन मूव करेगा ये नाल जो वेव एसोशीएट होएगी, तुसी उस वेव की वेवलेंथ फाइंड आउट कर सकते बाय यूजिंग दिस फार्मूला। ठीक है, अच्छा ये फार्मूला एप्लीकेबल फॉर ऑल पार्टिकल्स। एच इज़ प्लैंक्स कॉन्स्टेंट, एम पार्टिकल का मास, इत्थे पार्टिकल का चार्ज आ जाएगा, वी इज़ पोटेंशियल डिफरेंस, वी इज़ पोटेंशियल डिफरेंस। वैल्यूज़ पुट करके तुसी किसी भी पार्टिकल के नाल जो वेव एसोशीएट करेगी उसकी वेवलेंथ फाइंड आउट कर सकते। ठीक है, जे तुसी पर्टिकुलर इलैक्ट्रॉन वास्ते बनाना है तो एच फॉर इलैक्ट्रॉन्स बेटा एच प्लैंक्स कॉन्स्टेंट की वैल्यू 6.6 10⁻34, इलैक्ट्रॉन का मास 9.1 10⁻31, इलैक्ट्रॉन ते चार्ज 1.6 10⁻19 है ना। ये सारिया वैल्यूज़ पुट करते ऑन पुटिंग एंड सॉल्व करन तो बाद जिहड़ा फार्मूला बन जाएगा दैट कम्स आउट टू बी 12.27 अपॉन रूट ऑफ V। ये एंगस्ट्रॉम च आएगा बेटा, ये फार्मूला तो जाउल्स च आंसर देगा, इस फार्मूले तो आंसर किस च आएगा, सॉरी जाउल्स च नहीं मीटर्स च, वेवलेंथ के यूनिट्स मीटर्स होंगे ने ना SI, इस फार्मूले तो आंसर मीटर्स च आएगा। ठीक है, इस दे विच वैल्यूज़ पुट करके तो उसनों 10⁻⁻10 नाल डिवाइड करके फिर ये फार्मूला एंगस्ट्रॉम च बन जाएगा। मतलब ये फार्मूला दिस इज एप्लीकेबल ओनली फॉर इलैक्ट्रॉन्स, दिस इज एप्लीकेबल ओनली फॉर इलैक्ट्रॉन्स, ये सिर्फ इलैक्ट्रॉन्स वास्ते एप्लीकेबल है बेटा। एंड ये फार्मूला किसी भी चार्ज पार्टिकल वास्ते एप्लीकेबल है। मैं फिर दस दिना, इस फार्मूले तो जो आंसर आएगा वो मीटर्स आएगा है ना। ये जो फार्मूला बनाया ये मीटर्स ਨੂੰ एंगस्ट्रॉम च कन्वर्ट करके बनाया गया। मतलब जो आंसर आया सी उसको असी 10⁻⁻10 नाल, बेटा थोड़ा पता ही है ना 1 एंगस्ट्रॉम 10⁻⁻10 मीटर्स के इक्वल होंगे, तो जो आंसर आया सी 10⁻⁻10 नाल डिवाइड करता मीटर्स ਨੂੰ किस कन्वर्ट करता एंगस्ट्रॉम। तो जो तुम आ फार्मूला लगाया करोगे ये फार्मूला सारे पार्टिकल्स वास्ते नहीं है, ये इकल्ले इलैक्ट्रॉन्स वास्ते है एंड थोड़ा आंसर किस आएगा एंगस्ट्रॉम। बट जो आ फार्मूला लगाओगे फिर थोड़ा आंसर किस आएगा मीटर्स। तो एवं असी वेवलेंथ फाइंड आउट कर सकते हैं। किमें फाइंड की समझ आ गया, समझ आ गया। मतलब इलैक्ट्रॉन नू विद द हैल्प ऑफ पोटेंशियल डिफरेंस, इलैक्ट्रॉन्स नू विद द हैल्प ऑफ पोटेंशियल डिफरेंस मूव करवाया। इलैक्ट्रॉन नू मूव करवाने वास्ते जिन्ना वर्क डन होया है ना, दैट वर्क डन इज़ कन्वर्टेड इनटू इट्स काइनैटिक एनर्जी। काइनैटिक एनर्जी नू वर्क डन दे इक्वल रख के उत्थों बेटा M ते U कढ़ लिया किसी तरीके नाल, 2 उधर लै गए, दोनों पासे M नाल मल्टीप्लाई करता, स्केयर रूट करता, M एंड U मोमेंटम आ गया। ये M एंड U की वैल्यू बेटा इत्थे पुट करती डी ब्रोगलीज के फार्मूले, आंसर बन गया H। समझ आ गई, कोई कन्फ्यूजन? ठीक है, इस दे नाल बेटा अपना यूनिट 7th थ्योरैटिकली ओवर होंदा है। इस तो अगे जो थोड़े नोट्स च टॉपिक दिता है ना डेविसन एंड जर्मर एक्सपेरीमेंट, वो सिलेबस दे विच नहीं है, इस साल ही कट्टिया। ओके, थैंक यू वेरी मच।